ਤਾਂ ਆ ਰਿਹਾ ਚੀਤਾ ਅੱਗੇ ਵਧਦੇ ਹਾਂ ਔਰ ਗੱਲ ਕਰਾਂਗੇ ਚੀਤੇ ਦੀ 70 ਸਾਲਾਂ ਬਾਅਦ ਦੇਸ਼ ਨੂੰ ਮੁੜ ਤੋਂ ਚੀਤੇ ਨਜ਼ਰ ਆਉਣਗੇ ਦਿਖਣਗੇ। ਪੀਐਮ ਮੋਦੀ ਦੇ ਜਨਮ ਦਿਨ ਦੇ ਮੌਕੇ ਦੱਸ ਦਈਏ ਕਿ ਚੀਤੇ ਲਿਆਂਦੇ ਜਾ ਰਹੇ ਨੇ ਨਾਮੀਬੀਆ ਤੋਂ ਜਹਾਜ਼ ਦੇ ਰਾਹੀਂ ਇਹ ਚੀਤੇ ਲਿਆਂਦੇ ਜਾ ਰਹੇ ਨੇ। 2020 ਦੇ ਵਿੱਚ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਚੀਤੇ ਲਿਆਉਣ ਦੇ ਲਈ ਹਰੀ ਝੰਡੀ ਦਿੱਤੀ ਸੀ ਔਰ ਸਰਕਾਰ ਦੇ ਵੱਲੋਂ 91 ਕਰੋੜ ਰੁਪਏ ਇਸ ਦੇ ਲਈ ਬਜਟ ਰੱਖਿਆ ਗਿਆ ਸੀ। ਤਾਂ ਹੁਣ ਭਾਰਤ ਲਿਆਂਦੇ ਜਾਣਗੇ 8 ਚੀਤੇ। ਲਗਾਤਾਰ ਇਸ ਦਾ ਜ਼ਿਕਰ ਹੋ ਰਿਹਾ ਹੈ, ਲਗਾਤਾਰ ਇਸ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਉਤਸੁਕਤਾ ਵੀ ਹੈ ਲੋਕਾਂ ਦੇ ਵਿੱਚ। ਔਰ ਨਾਮੀਬੀਆ ਤੋਂ ਇਹ ਚੀਤੇ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ। 17 ਸਤੰਬਰ ਨੂੰ ਇਹ ਚੀਤੇ ਪਹੁੰਚ ਰਹੇ ਨੇ ਭਾਰਤ ਔਰ ਚੀਤੇ ਲਿਆਉਣ ਦੇ ਲਈ ਭਾਰਤ ਤੋਂ ਟੀਮ ਜਿਹੜੀ ਹੈ ਉਹ ਰਵਾਨਾ ਵੀ ਹੋ ਗਈ ਹੈ। ਪੂਰੀ ਤਰ੍ਹਾਂ ਦੇ ਨਾਲ ਲਿਪਤ ਹੋ ਚੁੱਕੇ ਸਨ ਇਹ ਚੀਤੇ। ਸੋ ਜਿਸ ਤੋਂ ਬਾਅਦ 91 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ, ਜਿਸ ਤੋਂ ਬਾਅਦ ਇਹਨਾਂ ਨੂੰ ਮੰਗਵਾਇਆ ਜਾ ਰਿਹਾ। ਮੱਧ ਪ੍ਰਦੇਸ਼ ਦੀ ਕੂਨੋ ਨੈਸ਼ਨਲ ਪਾਰਕ ਹੈ ਜਿੱਥੇ ਕਿ ਚੀਤੇ ਰੱਖੇ ਜਾਣਗੇ। ਚੀਤਿਆਂ ਦੇ ਵਿੱਚ 5 ਮਾਦਾ ਨੇ ਔਰ 3 ਨਰ ਸ਼ਾਮਿਲ ਨੇ। ਸੋ ਟੀਮ ਰਵਾਨਾ ਹੋ ਚੁੱਕੀ ਹੈ। ਦੱਸੇ ਕਿ ਕੱਲ ਇਹ ਚੀਤੇ ਜਿਹੜੇ ਨੇ ਉਹ ਭਾਰਤ ਪਹੁੰਚਣਗੇ ਖਾਸ ਤੌਰ ਤੇ ਜਨਮ ਦਿਨ ਦੇ ਮੌਕੇ ਤੇ ਪੀਐਮ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਉਸ ਮੌਕੇ ਤੇ ਇਹ ਚੀਤੇ ਜਿਹੜੇ ਨੇ ਲਿਆਂਦੇ ਜਾ ਰਹੇ ਨੇ। 2020 ਦਾ ਜ਼ਿਕਰ ਕਰੀਏ ਤਾਂ ਉਸ ਵੇਲੇ ਸੁਪਰੀਮ ਕੋਰਟ ਨੇ ਚੀਤੇ ਲਿਆਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਸੀ ਔਰ ਸਰਕਾਰ ਦੇ ਵੱਲੋਂ ਉਸ ਵੇਲੇ 91 ਕਰੋੜ ਰੁਪਏ ਦਾ ਬਜਟ ਰੱਖ ਲਿਆ ਗਿਆ ਸੀ। ਤਾਂ ਹੁਣ ਕਹਿ ਸਕਦੇ ਹਾਂ ਕਿ 17 ਸਤੰਬਰ ਨੂੰ ਇਹ ਚੀਤੇ ਪਹੁੰਚ ਰਹੇ ਨੇ, ਕੱਲ ਪਹੁੰਚ ਰਹੇ ਨੇ ਭਾਰਤ ਔਰ ਉਸ ਤੋਂ ਬਾਅਦ ਇੱਕ ਥਾਂ ਤੇ ਰੱਖੇ ਜਾਣਗੇ ਥੋੜੀ ਦੇਰ ਲਈ ਔਰ ਉਸ ਤੋਂ ਬਾਅਦ ਇਹਨਾਂ ਨੂੰ ਵੱਖੋ-ਵੱਖ ਕਰ ਦਿੱਤਾ ਜਾਏਗਾ। ਜਿੱਥੇ-ਜਿੱਥੇ ਇਹਨਾਂ ਨੂੰ ਰੱਖਣ ਦੇ ਲਈ ਸਮਾਂ ਜਾਂ ਕਹਿ ਲਈਏ ਕਿ ਥਾਂ ਨਿਸ਼ਚਿਤ ਕੀਤੀ ਗਈ ਹੈ ਤਾਂ ਉੱਥੇ ਲੈ ਜਾਂਦੇ ਜਾਣਗੇ। ਸੋ ਚੀਤਿਆਂ ਨੂੰ ਲੈ ਕੇ ਜ਼ਿਕਰ ਲਗਾਤਾਰ ਹੋ ਰਿਹਾ, ਵੱਖੋ-ਵੱਖ ਪਲੇਟਫਾਰਮ ਤੇ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਲਿਪਤ ਹੋ ਰਹੀ ਸੀ। ਬਹੁਤ ਸਾਰੇ ਅਜਿਹੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਜਾਨਵਰ ਨੇ ਜਿਹੜੇ ਕਿ ਲਿਪਤ ਹੋ ਚੁੱਕੇ ਨੇ, ਨਜ਼ਰ ਨਹੀਂ ਆਉਂਦੇ, ਕਈ ਵੱਖੋ-ਵੱਖ ਕਾਰਨਾਂ ਕਰਕੇ ਨਜ਼ਰ ਨਹੀਂ ਆਉਂਦੇ। ਖਾਸ ਤੌਰ ਤੇ ਚੀਤੇ ਦਾ ਜੇਕਰ ਅਸੀਂ ਜ਼ਿਕਰ ਕਰੀਏ ਕਿ ਲਿਪਤ ਹੋਣ ਦਾ ਕਾਰਨ ਕੀ ਰਿਹਾ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਪੁਖਤਾ ਥਾਂ ਜਿਹੜੀ ਹੈ ਉਹ ਨਹੀਂ ਸੀ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਰਹੇ ਨੇ ਜਿਸ ਦੇ ਕਰਕੇ ਚੀਤਾ ਲਿਪਤ ਹੁੰਦਾ ਗਿਆ ਭਾਰਤ ਦੇ ਵਿੱਚੋਂ। ਪਰ ਹੁਣ ਲਿਆਂਦੇ ਜਾ ਰਹੇ ਨੇ 5 ਮਾਦਾ ਨੇ ਔਰ 3 ਨਰ ਸ਼ਾਮਿਲ ਨੇ। ਸੋ ਪ੍ਰਬੰਧ ਪੁਖਤਾ ਕਰ ਲਏ ਗਏ ਨੇ। ਦੱਸੇ ਕਿ ਚੀਤੇ ਲਿਆਉਣ ਦੇ ਲਈ ਪੂਰੇ ਪ੍ਰਬੰਧ ਕਰ ਲਏ ਗਏ ਨੇ। ਹਵਾਈ ਜਹਾਜ਼ ਦੇ ਰਾਹੀਂ ਨਾਮੀਬੀਆ ਤੋਂ ਭਾਰਤ ਆਉਣਗੇ, ਵਿਸ਼ੇਸ਼ ਜਹਾਜ਼ ਦੇ ਰਾਹੀਂ ਭਾਰਤ ਲਿਆਂਦੇ ਜਾਣਗੇ ਔਰ ਜਿਹੜਾ ਸਮਾਂ ਹੈ ਉਹ ਵੱਖ-ਵੱਖ ਰੱਖਿਆ ਗਿਆ। ਲਿਆਂਦੇ ਸਮੇਂ ਵੱਖ-ਵੱਖ ਕ੍ਰੇਟਾਂ ਦੇ ਵਿੱਚ ਇਹਨਾਂ ਚੀਤਿਆਂ ਨੂੰ ਰੱਖਿਆ ਜਾਏਗਾ। ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ। 17 ਸਤੰਬਰ ਨੂੰ ਇਹ ਜੈਪੁਰ ਲਿਆਂਦੇ ਜਾਣਗੇ ਹੈਲੀਕਾਪਟਰ ਦੇ ਰਾਹੀਂ, ਯਾਨੀ ਕਿ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਹੈਲੀਕਾਪਟਰ ਦੇ ਰਾਹੀਂ ਕੂਨੋ ਨੈਸ਼ਨਲ ਪਾਰਕ ਦੇ ਚੀਤੇ ਭੇਜੇ ਜਾਣਗੇ। ਅਫਰੀਕਾ ਜੰਗਲਾਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਪਾਰਕ ਦਾ ਜਾਇਜ਼ਾ ਲਿਆ ਗਿਆ। ਟੀਮਾਂ ਨੇ ਪਾਰਕ ਪ੍ਰਬੰਧਾਂ ਤੇ ਪੂਰੀ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਕੂਨੋ ਨੈਸ਼ਨਲ ਪਾਰਕ ਦਾ ਜ਼ਿਕਰ ਕੀਤਾ ਜਾਏ ਤਾਂ ਉੱਥੇ ਇਕਾਂਤਵਾਸ ਇਹਨਾਂ ਨੂੰ ਕੀਤਾ ਜਾਏਗਾ ਔਰ ਅਗਲੇ 1 ਮਹੀਨੇ ਤੱਕ ਸੈਟੇਲਾਈਟ ਦੇ ਰਾਹੀਂ ਨਿਗਰਾਨੀ ਪੂਰੀ ਤਰ੍ਹਾਂ ਦੇ ਨਾਲ ਰੱਖੀ ਜਾਏਗੀ ਕਿਉਂਕਿ ਪੂਰੀ ਜ਼ਿੰਮੇਵਾਰੀ ਹੈ ਔਰ ਖਾਸ ਤੌਰ ਤੇ ਨਿਗਰਾਨੀ ਰੱਖਣਾ ਵੀ ਜ਼ਰੂਰੀ ਹੈ। ਤਾਂ ਫਿਰ ਖੁੱਲੇ ਜੰਗਲ ਦੇ ਵਿੱਚ ਇਹਨਾਂ ਨੂੰ ਛੱਡ ਦਿੱਤਾ ਜਾਏਗਾ। ਅਫਰੀਕਾ ਤੋਂ ਵੀ 12 ਚੀਤੇ ਲਿਆਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਨਾਮੀਬੀਆ ਤੋਂ ਲਿਆਂਦੇ ਜਾਣਗੇ। ਅੱਗੇ ਵਧਦੇ ਹਾਂ, ਜ਼ਿਕਰ ਕਰ ਰਹੇ ਹਾਂ ਕਿ ਭਾਰਤ ਲਿਆਂਦੇ ਜਾਣ ਵਾਲੇ ਚੀਤਿਆਂ ਦੇ ਵਿੱਚ ਦੱਸਦੀ ਕਿ 5 ਮਾਦਾ ਨੇ ਔਰ 3 ਨਰ ਸ਼ਾਮਿਲ ਨੇ। ਮਾਦਾ ਚੀਤਿਆਂ ਦੀ ਉਮਰ 2 ਤੋਂ 5 ਸਾਲ ਹੈ। ਨਰ ਚੀਤਿਆਂ ਦੀ ਉਮਰ ਜਿਹੜੀ ਹੈ 4.5 ਸਾਲ ਤੋਂ 5.5 ਸਾਲ ਹੈ। 2 ਨਰ ਚੀਤੇ ਇੱਕੋ ਮਾਂ ਦੀ ਸੰਤਾਨ ਨੇ, ਇਹ ਵੀ ਜਾਣਕਾਰੀ ਮਿਲੀ ਹੈ। ਦੋਵੇਂ ਨਰ ਚੀਤੇ ਇੱਕੋ ਝੁੰਡ ਦੇ ਮੈਂਬਰ ਨੇ। ਸੋ ਇਸ ਤੋਂ ਇਲਾਵਾ ਜ਼ਿਕਰ ਕਰਦੇ ਹਾਂ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਚੀਤੇ ਜਿਹੜੇ ਨੇ ਉਹ ਪਾਏ ਜਾਂਦੇ ਨੇ। ਦੁਨੀਆ ਦੇ 7 ਦੇਸ਼ਾਂ ਦਾ ਜ਼ਿਕਰ ਕਰੀਏ ਤਾਂ ਉੱਥੇ ਚੀਤੇ ਪਾਏ ਜਾਂਦੇ ਨੇ। ਮੱਧ ਈਰਾਨ ਦੇ ਵਿੱਚ ਕਰੀਬ 50 ਚੀਤੇ ਨੇ। ਅਫਰੀਕਾ ਦੇ 6 ਦੇਸ਼ਾਂ ਦੇ ਵਿੱਚ 7000 ਦੇ ਕਰੀਬ ਚੀਤੇ ਨੇ। 1952 ਦੇ ਵਿੱਚ ਦੱਸੀ ਕਿ ਭਾਰਤ ਦੇ ਵਿੱਚੋਂ ਇਹ ਚੀਤੇ ਖਤਮ ਹੋ ਗਏ ਸਨ, ਜਿਸ ਦੇ ਕਈ 2 ਖਾਸ ਕਾਰਨ ਦੱਸੇ ਜਾਂਦੇ ਨੇ। ਇੱਕ ਤਾਂ ਥਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਇੱਕ ਜਿਹੜੀ ਖੁਰਾਕ ਹੈ ਉਸ ਦਾ ਜ਼ਿਕਰ ਕੀਤਾ ਜਾਂਦਾ ਕਿਉਂਕਿ ਪਿਓਰ ਵੱਡਾ ਮਾਸਾਹਾਰੀ ਜਾਨਵਰ ਹੈ ਚੀਤਾ। ਸੋ ਖੁਰਾਕ ਨੂੰ ਲੈ ਕੇ ਔਰ ਥਾਂ ਨੂੰ ਲੈ ਕੇ ਲਿਪਤ ਹੋਣ ਦਾ ਕਾਰਨ ਦੱਸਿਆ ਜਾਂਦਾ। ਤਾਂ ਅੱਗੇ ਵਧਦੇ ਹਾਂ, ਚੀਤਿਆਂ ਦੀ ਖਾਸੀਅਤ ਕੀ ਹੈ ਇਹ ਵੀ ਤੁਹਾਨੂੰ ਦੱਸ ਦਈਏ। ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ ਚੀਤਾ। 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹੈ। ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਇਹ ਰਫ਼ਤਾਰ ਹੋਏਗੀ। ਸਿਰਫ 3 ਸੈਕਿੰਡ ਦੇ ਵਿੱਚ ਇਹ ਰਫ਼ਤਾਰ ਫੜਦਾ ਹੈ ਔਰ 7 ਮੀਟਰ ਲੰਬੀ ਛਲਾਂਗ ਹੈ। ਦੌੜ ਦੇ ਦੌਰਾਨ ਅੱਧਾ ਸਮਾਂ ਜਿਹੜਾ ਉਹ ਹਵਾ ਦੇ ਵਿੱਚ ਰਹਿੰਦਾ ਹੈ, ਯਾਨੀ ਕਿ ਅੰਦਾਜ਼ਾ ਲਗਾਇਆ ਜਾ ਸਕਦਾ। ਹਾਲਾਂਕਿ ਤਸਵੀਰ ਵੀ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਨਾਲੋਂ ਨਾਲ ਸਕਰੀਨ ਤੇ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਦੌੜਦਾ ਹੈ ਚੀਤਾ। ਇਹ ਜਾਨਵਰ ਜੋ ਕਿ ਇੱਕ ਵੱਡਾ ਕਹਿ ਸਕਦੇ ਹਾਂ ਮਾਸਾਹਾਰੀ ਤਾਂ ਹੈ ਹੀ ਹੈ, ਪਰ ਦੂਸਰੇ ਪਾਸੇ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਵੀ ਹੈ। For the last 20 years for the reintroduction of the Asiatic lion, and the lions have not yet come to Kuno. The reasons are myriad and many, but it's also an ideal habitat for the cheetah as well.
So when you have a habitat which is already restored and ready, people have moved out to give space to lions, and an incentivized voluntary relocation program where the government of India pays about $22,000 per person adult in the family to move out of the park, and it's an incentive which most people can't resist. They take this opportunity and go for better livelihood options, join the mainstream society instead of living within forests. और 110 से 120 किलोमीटर पर आवर की इसकी स्पीड होती है, बहुत तेज़ गति से भागता है। और जो कुनो में जो हैबिटेट जो चयन किया गया है कुनो नेशनल पार्क का, एक बहुत ही सुंदर और एक आइडियल हैबिटेट है चीता के लिए, जहाँ पे बड़े बड़े घास के मैदान हैं और छोटी छोटी पहाड़ियाँ और स्क्रब फॉरेस्ट भी हैं। तो ये उसके लिए बहुत सुटेबल है। इसमें कई वर्षों से कुनो नेशनल पार्क में सुरक्षा की पुख्ता इंतजाम किए गए थे। पोचिंग को कंट्रोल करना, एंटी पोचिंग एक्टिविटीज़ हो गई, पेट्रोलिंग करना, हैबिटेट में वीड्स का इरेडिकेशन करना, अच्छी प्रजाति के जो घास हैं जैसे हर्बीवोर पॉपुलेशन सस्टेन हो सके। तो ये सब काफ़ी उसमें कई सालों से काम किया गया है। और आज जो कुनो नेशनल पार्क में प्रे का पॉपुलेशन है, अर्थात स्पॉटेड डियर है, हेयर्स हैं, वाइल्ड बोर्स हैं, चौसिंघा हैं, ब्लू बुल्स हैं, इस तरह की प्रजातियां हैं। उसमें कई तरह के बर्ड्स भी हैं जिसका चीता शिकार कर सकता है, जो ग्राउंड वाले बर्ड्स होते हैं। तो ये सब जो प्रे पॉपुलेशन है वो बहुत अच्छी स्थिति में है। और यदि हम प्रे पॉपुलेशन की कंपैरिजन यदि नामीबिया और साउथ अफ्रीका से करते हैं तो हम उससे कहीं कम नहीं हैं। तो ये हम ये समझ सकते हैं, ये मान सकते हैं कि चीता के यहाँ आने पर और जंगल में उसे छोड़ने पर उसे भोजन की कोई इसमें प्रॉब्लम नहीं होनी चाहिए।